सीपीआई जिंदाबाद 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 भारतीय कम्युनिस्ट पार्टी जिंदाबाद 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 इनकलाब जिंदाबाद 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 इनकलाब जिंदाबाद 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 सीपीआई पंजाब जिंदाबाद 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 सीपीआई के डेलीगेट आलू लाल सलाम लाल सलाम लाल सलाम सीपीआई के डेलीगेट आलू लाल सलाम इनकलाब जिंदाबाद 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 इनकलाब जिंदाबाद 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 सीपीआई जिंदाबाद 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 भारतीय कम्युनिस्ट पार्टी जिंदाबाद 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 भारतीय कम्युनिस्ट पार्टी जिंदाबाद जिंदाबाद लाल सलाम लाल सलाम लाल चंदेरू लाल सलाम लाल सलाम लाल सलाम लाल चंदेरू लाल सलाम लाल सलाम लाल सलाम जिंदाबाद जिंदाबाद सीपीआई जिंदाबाद 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 सीपीआई जिंदाबाद 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 सीपीआई के डेलीगेट आलू लाल लाल सलाम लाल सलाम ਕਾਮਲ ਬੰਦ ਸਿੰਘ ਦੀ ਬਰਾੜ ਸੂਬਾ ਸਕੱਤਰ ਸੀਪੀਆਈ ਅੱਜ ਸ਼ੁਰੂ ਹੋਣ ਲੱਗਾ ਸੂਬਾ ਕਾਨਫਰੰਸ ਜਿਹਨੂੰ ਡੈਲੀਗੇਟ ਇਜਲਾਸ ਵੀ ਕਹਿ ਦਿੰਦੇ ਆ, ਉਹਦੇ ਬਾਰੇ ਤੁਹਾਨੂੰ ਬਰੀਫ ਕਰਨਗੇ ਕਾਮਲ ਬਰਾੜ। ਇਹ ਜੀ 24ਵਾਂ ਇਜਲਾਸ ਹੈ ਸਾਡਾ ਪੰਜਾਬ ਸਟੇਟ ਦੀ ਸੀਪੀਆਈ ਦੀ ਕਾਂਗਰਸ ਕਮੇਟੀ। ਪਾਰਟੀ ਕਾਂਗਰਸ ਜਿਹੜੀ ਸਾਰੇ ਨੈਸ਼ਨਲ ਲੈਵਲ ਤੇ ਕਾਂਗਰਸ ਦੀ ਪਾਰਟੀ ਕਾਂਗਰਸ ਕਹਿੰਦੇ ਆ, ਉਹ 14 ਤੋਂ 18 ਅਕਤੂਬਰ ਤੱਕ ਵਿਜੇਵਾੜਾ ਆਂਧਰਾ ਪ੍ਰਦੇਸ਼ ਦਾ ਮਸ਼ਹੂਰ ਸ਼ਹਿਰ ਆ, ਉੱਥੇ ਹੋ ਰਹੀ ਹੈ। ਉਦੋਂ ਪਹਿਲਾਂ ਸਾਰੀਆਂ ਸਟੇਟਾਂ ਦੀਆਂ ਕਾਂਗਰਸ ਸੀ। ਪੰਜਾਬ ਦੇ ਵਿੱਚ ਜਿਹੜਾ ਡਿਸਕਸ਼ਨ ਦਾ ਨੈਚੁਰਲੀ ਤੌਰ ਤੇ ਜਥੇਬੰਦਕ ਤੌਰ ਤੇ ਜਿਹੜੀ ਟੀਮ ਹੋਣੀ ਹੈ, ਉਹ 'ਚ ਅਸੀਂ ਡਿਵੈਲਪ ਕਰਾਂਗੇ ਨਵੇਂ ਯੰਗਰ ਐਲੀਮੈਂਟ ਹੈ, ਲੜਕੇ ਲੜਕੀਆਂ ਨੂੰ ਪਾਰਟੀ 'ਚ ਨਵਾਂ ਕਰਨ ਦੇ ਵਾਸਤੇ ਜੋਸ਼ ਪੈਦਾ ਕਰਨ ਦੇ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ। ਦੂਜਾ ਹੈ ਰਾਜਸੀ ਤੌਰ ਦੇ ਉੱਤੇ ਦੇਸ਼ ਜੋ ਵਾਪਰ ਰਿਹਾ ਮੁੱਦਾ ਜਿਹੜਾ ਮੁਸ਼ਕਿਲ ਰਹੂਗਾ, ਦੇਸ਼ ਨੂੰ ਆਉਣ ਵਾਲੇ ਪਾਰਲੀਮੈਂਟ ਚੋਣਾਂ ਦੇ ਵਿੱਚੋਂ ਜਿਹੜੀ ਆਰਐਸਐਸ ਮਾਰਕਸਿਸਟ ਜਥੇਬੰਦੀ ਹੈ ਜਿਹੜੀ ਡੈਮੋਕ੍ਰੇਸੀ ਵਾਸਤੇ ਖਤਰਾ ਹੈ, ਸੰਵਿਧਾਨ ਨੂੰ ਤਬਾਹ ਕਰ ਰਹੇ ਹੈ और फासिज्म मत बढ़ रहे लगातार, फिरकू दंगे करवा रहे हैं, उस लाने का फैसला होगा सारे हिंदुस्तान के इशू साझा। इस कॉन्फ्रेंस से जी राजा जनरल सेक्रेटरी कम्युनिस्ट पार्टी ऑफ इंडिया, सेक्रेटरी कम्युनिस्ट पार्टी ऑफ इंडिया अमरजीत कौर दोनों आ रहे हैं, तो इस गल के उत्ते रोशनी पाउगी नेशनल कांफ्रेंस से। और इस तो अलावा पंजाब के विच जिहड़ी नवीं सरकार बनी है, ਉਹ ਸਾਡੇ ਉਹਦੇ ਸਾਹਮਣੇ ਸਾਡੇ ਜਿਹੜੇ ਵਾਅਦੇ ਕੀਤੇ ਉਹਨੂੰ ਪੂਰੇ ਕਰਾਉਣੇ। ਬੇਸਿਕਲੀ ਪੋਲੀਟੀਕਲ ਦੇ ਇਸ਼ੂ ਹੈ, ਪੰਜਾਬ ਦੇ ਪਾਣੀਆਂ ਦਾ ਸਵਾਲ ਹੈ, ਫੈਡਰਲ ਢਾਂਚੇ ਪੰਜਾਬ ਦਾ ਜਿਹੜਾ ਉਸ ਨੂੰ ਬਚਾਉਣ ਦਾ ਸਵਾਲ ਹੈ, ਵਾਟਰ ਦਾ ਸਵਾਲ ਹੈ, ਵਾਟਰ ਦਾ ਸਾਡਾ ਸੂਬਾ ਹੈ, ਜੰਗ ਹੋ ਚੁੱਕੇ ਬਾਰ-ਬਾਰ, ਔਰ ਇੱਕ ਇਕਨੋਮੀ ਦਾ ਸਵਾਲ ਵੀ ਹੈ, ਫੈਡਰਲ ਢਾਂਚੇ ਨੂੰ ਬਚਾਉਣ ਦਾ ਦੇਸ਼ ਵਿੱਚ ਬੜੇ ਦੇਸ਼ ਦੀ ਸਰਕਾਰ ਸਾਹਮਣੇ ਹੋ ਰਹੇ ਹੈ, ਭਾਵੇਂ ਬੀਜੇਪੀ ਤੋਂ ਵੱਡਾ ਡਿਸੀਜਨ ਕਰਨ ਦਾ ਸਵਾਲ ਹੋਵੇ, ਚੰਡੀਗੜ੍ਹ ਦਾ ਸਵਾਲ ਹੋਵੇ, ਪੰਜਾਬ ਯੂਨੀਵਰਸਿਟੀ ਦਾ ਸਵਾਲ ਹੋਵੇ, ਜਾਂ ਪੰਜਾਬ ਤੋਂ ਪਾਰਟੀ ਜਿਹੜੀਆਂ ਏਜੰਸੀਆਂ ਜਿਹੜੀਆਂ ਸਿਕਿਉਰਿਟੀ ਫੋਰਸਿਸ ਦਾ ਉਹਦਾ ਅਧਿਕਾਰ ਦੇਣ ਦਾ ਸਵਾਲ ਹੋਵੇ। ਸੋ ਇਸ ਕਰਕੇ ਪੰਜਾਬ ਦਾ ਬਹੁਤ ਵੱਡਾ ਹਮਲਾ ਸਾਡਾ ਹੈ, ਫੈਡਰਲ ਢਾਂਚੇ ਨੂੰ ਪੰਜਾਬ ਨੂੰ ਬਚਾਉਣ ਦਾ, ਦੇਸ਼ ਦੀ ਏਕਤਾ ਔਰ ਅਖੰਡਤਾ ਬਚਾਉਣ ਦਾ। ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣੀ ਹੈ
ਇਹ ਇੱਕ ਅਪੋਜ਼ਿਸਟ ਐਟੀ ਪੁਰਜੂਆ ਸਰਕਾਰ ਹੈ ਔਰ ਇਹਦੇ ਤੋਂ ਸਿਵਾਏ ਡਰਾਮਾਬਾਜ਼ੀ ਤੋਂ ਹੋਰ ਕਰਨ ਤੋਂ ਬਹੁਤ ਹੀ ਆਸ ਅਸੀਂ ਨਹੀਂ ਕਰ ਸਕਦੇ। ਹਰਿਆਣੇ ਦੀ ਬੋਲੀ ਹੋਰ ਹੈ, ਪੰਜਾਬ 'ਚ ਹੋਰ ਹੈ। ਕੇਜਰੀਵਾਲ ਸਿੱਧੇ ਤੌਰ ਤੇ ਕੰਟਰੋਲ ਕਰ ਰਿਹਾ। ਸਾਡੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਪੱਪੜ ਬਣ ਕੇ ਰਹਿ ਗਿਆ। ਅਸੀਂ ਇਹਦੇ ਖਿਲਾਫ ਪੰਜਾਬ ਦਾ ਜਿਹੜਾ ਕਰੈਕਟਰ ਹੈ, ਚਰਿੱਤਰ ਹੈ, ਸਾਡਾ ਕਲਚਰ ਹੈ ਪੰਜਾਬੀਆਂ ਦਾ, ਪੰਜਾਬ ਦਾ ਆਪਣਾ ਰਿਸਪੈਕਟ ਉਸ ਨੂੰ ਮਿਟਾਉਣ ਦਾ ਸਵਾਲ ਹੀ ਹੈ। ਇਹ ਸਵਾਲ ਅਸੀਂ ਦੱਸ ਕਰਾਂਗੇ। ਕਾਮਰੇਡ ਨਿਰਮਲ ਸਿੰਘ ਧਾਲੀਵਾਲ ਸਾਹਿਬ ਇਹ ਸਾਡੀ ਸੀਪੀਆਈ ਦੀ ਨੈਸ਼ਨਲ ਕੌਂਸਲ ਦਾ ਹਿੱਸਾ ਨੇ, ਮੈਂਬਰ ਨੇ। ਸਾਡੇ ਪੰਜਾਬ ਦੇ ਵੱਡੇ ਇਹਨਾਂ ਦਾ ਨਾਮ ਹੈ। ਇਹ ਤੁਹਾਨੂੰ ਮੰਜੀ ਜਿਹੜੇ ਡੈਲੀਗੇਟ ਦਾ ਹੋਵੇ ਬਾਰੇ ਮੀਟ ਕਰਾਂਗੇ। ਕਾਮਰੇਡ ਨਿਰਮਲ ਸਿੰਘ ਧਾਲੀਵਾਲ। ਦੇਖੋ, ਕਾਮਰੇਡ ਬਰਾੜ ਜੀ ਨੇ ਨੈਸ਼ਨਲ ਲੈਵਲ ਦੇ ਮੁੱਦੇ ਤੁਹਾਡੇ ਸਾਹਮਣੇ ਚਰਚਾ ਕੀਤੀ ਹੈ। ਇਹਦੇ ਵਿੱਚ ਹੀ ਮੈਂ ਵਾਅਦਾ ਕਰਦਾ ਹੈ ਦੱਸ ਕੇ ਵੀ ਇਹ ਸਰਕਾਰ ਜਿਹੜੀ ਕੈਪੀਟਲਿਸਟਾਂ ਦੀ ਸਾਮਰਾਜ ਦੀ ਝੋਲੀ ਦੇ ਵਿੱਚ ਜਾ ਚੁੱਕੀ ਹੈ, ਜਿਹੜੀ ਦੇਸ਼ ਦੇ ਪਬਲਿਕ ਸੈਕਟਰ ਨੂੰ ਤਬਾਹ ਕਰ ਰਹੀ ਹੈ ਔਰ ਕੰਟਰੀਜ਼ ਸੇਲ ਤੇ ਲਾਇਆ ਹੋਇਆ ਸਾਰੇ ਜਲ ਜੰਗਲ ਜ਼ਮੀਨ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ, ਦੇਸੀ ਤੇ ਵਿਦੇਸ਼ੀ ਘਰਾਣਿਆਂ ਨੂੰ ਜਿਹੜਾ ਵੇਚਿਆ ਜਾ ਰਿਹਾ ਔਰ ਉਜਰਤਾਂ ਜਾਮ ਕੀਤੇ ਜਾ ਰਹੇ, ਠੇਕੇਦਾਰੀ ਸਿਸਟਮ ਲਿਆਂਦਾ ਜਾ ਰਿਹਾ ਹੈ। ਸਾਰੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ ਔਰ ਲੇਬਰ ਕਾਨੂੰਨ ਜਿਹੜੇ ਪ੍ਰੋਟੈਕਸ਼ਨ ਕਰਦੇ ਸੀ ਲੇਬਰ ਦੀ, ਉਹ ਲੇਬਰ ਕਾਨੂੰਨ ਤੋੜ ਕੇ 4 ਕੋਡਸ ਬਣਾ ਕੇ ਇੱਕ ਤਰ੍ਹਾਂ ਦਾ ਵਰਕ ਫੋਰਸ ਹੈ ਜਿਹੜੀ ਇੰਡੀਆ ਦੀ, ਉਹਨੂੰ ਗੁਲਾਮ ਕਾਰਪੋਰੇਟਾਂ ਦੇ ਗੁਲਾਮ ਦੇ ਰੂਪ ਦੇ ਵਿੱਚ ਉਹਨਾਂ ਤੋਂ ਲੇਬਰ ਲਈ ਜਾਇਆ ਕਰੂਗੀ। ਹਾਇਰ ਐਂਡ ਫਾਇਰ ਸਿਸਟਮ ਲਿਆਂਦਾ ਜਾ ਰਿਹਾ, ਨੈਗੋਸ਼ੀਏਬਲ ਵੇਜਿਸ ਲਿਆਂਦੇ ਜਾ ਰਹੇ ਨੇ ਔਰ ਟ੍ਰੇਡ ਯੂਨੀਅਨ ਮੁਕਤ, ਈਜ਼ ਆਫ ਡੂਇੰਗ ਬਿਜ਼ਨਸ ਨਾਮ ਦੇ ਇਸ ਤਰ੍ਹਾਂ ਦੇ ਨਾਅਰੇ ਘੜ ਕੇ ਜਿਹੜੀ ਕਾਰਪੋਰੇਟਾਂ ਨੂੰ ਖੁੱਲ੍ਹੀ ਲੁੱਟ ਕਰਨ ਦੇ ਇੱਕ ਸੱਦੇ ਦਿੱਤੇ ਜਾ ਰਹੇ ਔਰ ਇਸ ਲੁੱਟ ਨੂੰ ਬਰਕਰਾਰ ਰੱਖਣ ਵਾਸਤੇ ਦੇਸ਼ ਨੂੰ ਜਿਵੇਂ ਮੋਦੀ ਸਰਕਾਰ ਵੱਲੋਂ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਧਰਮਾਂ ਮਜ਼ਹਬਾਂ ਖਿੱਤਿਆਂ ਦੇ ਸਵਾਲ ਦੇ ਉੱਤੇ, ਮਾਈਨੋਰਟੀਜ਼ ਦੇ ਉੱਤੇ ਹਮਲੇ ਔਰ ਪੋਲਰਾਈਜੇਸ਼ਨ, ਵੋਟਾਂ ਦਾ ਪੋਲਰਾਈਜੇਸ਼ਨ ਕਰਕੇ 2024 ਦੇ ਜਿਹੜੇ ਚੋਣਾਂ ਦੇ ਉੱਤੇ ਫੋਕਸ ਕਰ ਰਿਹਾ ਉਹ ਵੀ ਲੋਕਾਂ ਨੂੰ ਆਪਸ ਦੇ ਵਿੱਚ ਜਾਤ ਪਾਤ ਦੇ ਨਾਮ ਦੇ ਉੱਤੇ, ਧਰਮ ਦੇ ਨਾਮ ਦੇ ਉੱਤੇ ਲੜਾ ਕੇ ਮੰਦਰਾਂ ਮਸਜਿਦਾਂ ਦੇ ਵਿਗੜੇ ਖੜੇ ਕਰਕੇ ਦੇਣ ਨੂੰ ਜਨਤਾ ਵਾਸਤੇ ਉਹਦੇ ਕੋਲੇ ਕੁਝ ਨਹੀਂ ਰਿਹਾ। ਇੱਕੋ ਇੱਕ ਮੁੱਦਾ ਵੀ ਦੇਸ਼ ਦੇ ਲੋਕਾਂ ਨੂੰ ਕਿਵੇਂ ਵੰਡਿਆ ਜਾਵੇ, ਇਹ ਬੜੀ ਖਤਰਨਾਕ ਮੂਵ ਹੈ। ਰਾਜ ਜੀ ਨੇ ਵੀ ਦੱਸਿਆ ਕਿ ਇਹ ਸਾਡਾ ਜਿਹੜਾ ਫਾਸਿਜ਼ਮ ਵੱਲ ਵਧ ਰਹੀ ਹੈ ਸਰਕਾਰ ਔਰ ਕੈਪੀਟਲਿਜ਼ਮ ਨੇ ਜਿਹੜੀ ਲੁੱਟ ਖਸੁੱਟ ਮਚਾਈ ਹੋਈ ਹੈ ਕਾਰਪੋਰੇਟ ਘਰਾਣੇ ਨੇ, ਉਹਦੀ ਪੂੰਜੀ ਕਿਵੇਂ ਵੱਧ ਜਾ ਰਹੀ ਹੈ। ਗਰੀਬੀ ਤੋਂ ਰੇਖਾ ਤੋਂ ਥੱਲੇ ਜਾ ਰਹੇ ਨੇ ਲੋਕ, ਪੜ੍ਹਾਈ ਦਾ ਵਪਾਰੀਕਰਨ ਹੋ ਗਿਆ, ਸਿਹਤ ਸੇਵਾਵਾਂ ਦਾ ਵਪਾਰੀਕਰਨ ਹੋ ਗਿਆ, ਗੁਰਬਤ ਬੇਸ਼ੁਮਾਰ। ਸੋ ਇਹਨਾਂ ਸਾਰੇ ਮੁੱਦਿਆਂ ਉੱਤੇ ਇਸ ਕਾਨਫਰੰਸ ਦੇ ਵਿੱਚ ਜਿਹੜੀ ਭਰਤੀ ਚਰਚਾ ਹੋਊਗੀ। ਬੜੇ ਕ੍ਰੂਸ਼ਲ ਦੌਰ ਦੇ ਵਿੱਚ ਇਹ ਜਿਹੜੀ ਕਾਨਫਰੰਸ ਹੋ ਰਹੀ ਹੈ। ਇੱਥੋਂ ਨਵੇਂ ਟਾਸਕ ਕੱਢ ਕੇ ਮੈਂ ਸਮਝਦਾ ਦੇਸ਼ ਵਿਆਪੀ ਕੋਈ ਨੈਸ਼ਨਲ ਕਾਨਫਰੰਸ ਦੇ ਵਿੱਚ ਜਾਣਾ ਹੈ, ਉਹ ਨੈਸ਼ਨਲ ਕਾਨਫਰੰਸ ਦੇ ਵਿੱਚ ਵੀ ਇਹ ਮੁੱਦੇ ਜਦੋਂ ਡਿਸਕਸ ਹੋਣਗੇ ਤਾਂ ਦੇਸ਼ ਦੇ ਵਿੱਚ ਕਮਿਊਨਿਸਟ ਪਾਰਟੀ ਟਾਸਕ ਲੈ ਕੇ ਐਜੀਟੇਸ਼ਨ ਕਰੇਗੀ। ਕਾਮਰੇਡ ਅਮਰ ਸਿੰਘ ਗੌਰ ਸਾਡੇ ਸੀਪੀਆਈ ਦੀ ਕੇਂਦਰ ਸਾਹਿਬ ਦਾ ਅਹਿਮ ਹਿੱਸਾ ਨੇ, ਵੱਡੇ ਲੀਡਰ ਨੇ। ਇਹ ਤੁਹਾਨੂੰ ਨਵਾਂ ਅੱਜ ਡੈਲੀਗੇਟ ਇਜਲਾਸ ਕਰੋ, ਕਾਨਫਰੰਸ ਕਰੋ, ਉਹਦੇ ਬਾਰੇ ਸਾਡੀ ਆਲ ਇੰਡੀਆ ਦੀ ਕਾਨਫਰੰਸ ਹੋ ਰਹੀ ਹੈ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ 14 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਵਿਜੇਵਾੜਾ ਔਰ ਉਸ ਤੋਂ ਪਹਿਲਾਂ ਸਾਰੀਆਂ ਸਟੇਟਾਂ 'ਚ ਬ੍ਰਾਂਚ ਤੋਂ ਲੈ ਕੇ, ਮੰਡਲ ਤੋਂ ਲੈ ਕੇ, ਜ਼ਿਲ੍ਹੇ ਤੋਂ ਲੈ ਕੇ ਫਿਰ ਸਟੇਟ ਦੀਆਂ ਕਾਨਫਰੰਸਾਂ ਹੋ ਰਹੀਆਂ ਨੇ ਔਰ ਇਹ ਸਾਡੀ 24ਵਾਂ ਇਜਲਾਸ ਸਾਡਾ ਕਾਨਫਰੰਸ ਜਿਹੜੀ ਹੈ ਪੰਜਾਬ ਸਟੇਟ ਦੀ ਹੈ, ਜਿਹਦੇ 'ਚ ਅਸੀਂ ਇੱਥੇ ਜਲੰਧਰ ਸ਼ਹੀਦ ਯਾਦਗਾਰ ਹਾਲ ਵਿੱਚ ਅਸੀਂ ਕਰ ਰਹੇ ਹਾਂ। ਆਲ ਓਵਰ ਪੰਜਾਬ ਤੋਂ ਡੈਲੀਗੇਟਸ ਇੱਥੇ ਸ਼ਾਮਿਲ ਨੇ। ਨੈਚੁਰਲੀ ਇੱਥੇ ਪਾਰਟੀ ਨੇ ਸਾਡਾ ਜਿਹੜਾ ਪੋਲੀਟੀਕਲ ਰੈਜ਼ੋਲੂਸ਼ਨ ਪਾਸ ਕੀਤਾ, ਅਡਾਪਟ ਕੀਤਾ, ਜੁਲਾਈ ਮਹੀਨੇ 'ਚ ਰਿਲੀਜ਼ ਕੀਤਾ ਗਿਆ ਪੂਰੇ ਦੇਸ਼ ਨੂੰ, ਉਹਦੇ ਉੱਤੇ ਚਰਚਾ ਹੋਏਗੀ, ਜਿਹਦੇ ਉੱਤੇ ਮਕਸਦ ਇਹ ਹੋਏਗਾ ਕਿ 2024 ਆ ਰਿਹਾ ਹੈ, ਲੋਕ ਸਭਾ ਦੇ ਚੁਣਾਵ ਆ ਰਹੇ ਨੇ ਤੇ ਦੇਸ਼ ਦੇ ਸਾਹਮਣੇ ਕੀ ਚੁਣੌਤੀਆਂ ਨੇ ਔਰ ਉਹਨਾਂ ਚੁਣੌਤੀਆਂ ਦਾ ਮੁਕਾਬਲਾ ਕਰਦੇ ਹੋਏ ਅਸੀਂ ਕਿਸ ਤਰੀਕੇ ਨਾਲ ਕਮਿਊਨਿਸਟ ਪਾਰਟੀ ਦੇ ਵਰਕਰਸ, ਹਮਦਰਦ ਜਥੇਬੰਦੀਆਂ ਜਿਹੜੀਆਂ ਜਨਤਕ ਜਥੇਬੰਦੀਆਂ ਨੇ ਉਹ ਕਿਸ ਤਰੀਕੇ ਨਾਲ ਆਪਣੀ ਰਣਨੀਤੀ ਲੈ ਕੇ ਅੱਗੇ ਵਧਣਗੇ, ਉਹ ਸਾਰੀ ਚਰਚਾ ਇੱਥੇ ਵੀ ਹੋਏਗੀ ਕਿਉਂਕਿ ਪੰਜਾਬ ਸਟੇਟ ਦੇ ਡੈਲੀਗੇਟਾਂ ਨੇ ਵੀ ਉਸ ਪੋਲੀਟੀਕਲ ਰੈਜ਼ੋਲੂਸ਼ਨ ਦੇ ਬਾਰੇ ਆਪਣੀ ਰਾਏ ਰੱਖਣੀ ਹੈ, ਉਹਦੇ ਨਾਲ ਸਹਿਮਤ ਨੇ ਜਾਂ ਉਹਦੇ 'ਚ ਕੋਈ ਸੁਝਾਅ ਦੇਣਾ ਚਾਹੁੰਦੇ ਨੇ। ਉਸ ਦੇ ਨਾਲ ਪੰਜਾਬ ਦੀ ਜਿਹੜੀ ਸੂਰਤ ਹਾਲ ਹੈ, ਉਹਦੇ ਜਿਹੜੇ ਮੌਜੂਦਾ ਹਾਲਾਤ ਨੇ ਉਹਦੇ ਬਾਰੇ ਵੀ ਚਰਚਾ ਕੀਤਾ ਜਾਏਗਾ ਔਰ ਪੰਜਾਬ ਦੇ ਵਿੱਚ ਕਮਿਊਨਿਸਟ ਪਾਰਟੀ ਕਿਸ ਤਰੀਕੇ ਨਾਲ ਇੱਥੋਂ ਦੇ ਲੋਕਾਂ ਦੇ ਜਿਹੜੇ ਮਸਲੇ ਨੇ, ਇਸ਼ੂ ਨੇ, ਉਹਨਾਂ ਵਾਸਤੇ ਆਉਣ ਵਾਲੇ ਦਿਨਾਂ 'ਚ ਸੰਘਰਸ਼ ਕਰੇਗੀ।
ਸਾਡੀ ਆਰਗੇਨਾਈਜੇਸ਼ਨਲ ਜਿਹੜੀ ਸਾਡੀ ਜਥੇਬੰਦੀ ਦਾ ਪ੍ਰਸ਼ਨ ਹੁੰਦਾ ਹੈ, ਆਰਗੇਨਾਈਜੇਸ਼ਨਲ ਰਿਪੋਰਟ ਹੁੰਦੀ ਹੈ, ਉਹਦੇ ਤੇ ਚਰਚਾ ਹੋਏਗਾ ਕਿ ਕੀ ਅਸੀਂ ਸੰਗਠਨਿਕ ਤੌਰ ਤੇ ਮਜ਼ਬੂਤ ਹਾਂ, ਕਿੱਥੇ ਕਮਜ਼ੋਰ ਹਾਂ, ਜਿਹੜੀਆਂ ਕਮਜ਼ੋਰੀਆਂ ਦੂਰ ਕਰਨੀਆਂ ਨੇ ਔਰ ਕਿੱਦਾਂ ਸੰਗਠਨ ਨੂੰ ਅੱਗੇ ਲੈ ਕੇ ਜਾਣਾ ਹੈ, ਉਹਦੇ ਬਾਰੇ ਵੀ ਚਰਚਾ ਹੋਏਗਾ। ਇੱਥੇ ਪੰਜਾਬ ਬਾਰੇ ਚਰਚਾ ਹੋਏਗਾ, ਆਲ ਇੰਡੀਆ ਕਾਨਫਰੰਸ 'ਚ ਪੂਰੇ ਆਲ ਇੰਡੀਆ ਦਾ ਚਰਚਾ ਹੋਏਗਾ। ਔਰ ਫਿਰ ਸਾਡੀ ਬਹੁਤ ਸਾਰਾ ਪਿਛਲੇ ਇਜਲਾਸ ਤੋਂ ਲੈ ਕੇ ਬਹੁਤ ਰਾਜਨੀਤਿਕ ਘਟਨਾਵਾਂ ਘਟੀਆਂ, ਉਹਦੇ ਵਿੱਚ ਅਸੀਂ ਖਰੇ ਉਤਰੇ ਕਿ ਨਹੀਂ ਉਤਰੇ, ਠੀਕ ਤਰ੍ਹਾਂ ਕੰਮ ਕੀਤਾ ਕਿ ਨਹੀਂ ਕੀਤਾ, ਉਹ ਜਿਹੜੀਆਂ ਅਸੀਂ ਐਕਟੀਵਿਟੀਜ਼ ਕੀਤੀਆਂ ਉਹ ਕੀ ਸੀਗੀਆਂ, ਉਹਨਾਂ 'ਚ ਕੀ ਘਾਟ ਰਹਿ ਗਏ, ਉਹ ਰਿਵਿਊ ਕੀਤਾ ਜਾਂਦਾ ਐਕਟੀਵਿਟੀਜ਼ ਦਾ, ਤਾਂ ਕਿ ਆਉਣ ਵਾਲੇ ਦਿਨਾਂ 'ਚ ਉਹਨਾਂ ਕਾਮਿਆਂ ਨੂੰ ਦੂਰ ਕੀਤਾ ਜਾ ਸਕੇ। ਤੇ ਇਹ ਤਿੰਨਾਂ ਡਾਕੂਮੈਂਟਸ ਦੇ ਉੱਤੇ ਚਰਚਾ ਵੀ ਹੋਏਗੀ ਔਰ ਆਉਣ ਵਾਲੇ ਦਿਨਾਂ ਵਾਸਤੇ ਜਿਹੜੀ ਦੇਸ਼ ਦੇ ਸਾਹਮਣੇ ਚੁਣੌਤੀ ਹੈ ਔਰ ਵਿਸ਼ੇਸ਼ ਕਰਕੇ ਬਹੁਤ ਵੱਡੀ ਚੁਣੌਤੀ ਹੈ ਜਿਹੜੀ ਇਸ ਵੇਲੇ ਸੈਂਟਰ 'ਚ ਬੈਠੇ ਹੈ ਦਿੱਲੀ 'ਚ ਨਰਿੰਦਰ ਮੋਦੀ ਦੀ ਹਕੂਮਤ ਚੱਲ ਰਹੀ ਹੈ, ਉਹਨਾਂ ਦੀ ਕੈਬਨਿਟ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਹੈ, ਪ੍ਰਾਈਮ ਮਿਨਿਸਟਰ ਹੈ ਔਰ ਹੋਮ ਮਿਨਿਸਟਰ ਹੈ, ਇੱਕ ਕਿਸਮ ਦਾ ਦੁੱਕੀ ਦਾ ਰਾਜ ਚੱਲ ਰਿਹਾ ਹੈ। ਔਰ ਜਿਸ ਤਰੀਕੇ ਨਾਲ ਦੇਸ਼ ਦੇ ਅੰਦਰ ਅਫਰਾ ਤਫਰੀ ਦਾ ਮਾਹੌਲ ਹੈ, ਅਰਥਤੰਤਰ ਬਹੁਤ ਖਰਾਬ ਹੈ, ਬੇਰੋਜ਼ਗਾਰੀ ਦੀ ਹਾਲਤ ਬਹੁਤ ਖਰਾਬ ਹੈ ਔਰ ਉਸੇ ਤਰੀਕੇ ਨਾਲ ਔਰਤਾਂ ਦੇ ਉੱਤੇ ਜ਼ੁਲਮ ਵੱਧ ਰਹੇ ਨੇ। ਲੇਕਿਨ ਇਹੋ ਜਿਹੀ ਸਿਚੁਏਸ਼ਨ 'ਚ ਕੇਂਦਰ ਦੀ ਸਰਕਾਰ ਖਾਮੋਸ਼ ਹੈ ਕਿ ਗੁਜਰਾਤ ਦੇ ਵਿੱਚ ਬਿਲਕਿਸ ਬਾਨੋ ਨੂੰ ਜਿਹੜੇ ਉਹਦੇ ਪਰਿਵਾਰ ਦੇ ਹੱਤਿਆਰੇ ਸੀ, ਉਹਦੇ ਰੇਪਿਸਟ ਸੀ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਰਿਮਿਸ਼ਨ ਦੇ ਤੌਰ ਤੇ। ਇੱਕ ਇੱਕ ਕਰਕੇ ਜਿੰਨੇ ਵੀ ਕਦਮ ਦੇਸ਼ ਦੇ ਵਿੱਚ ਚੁੱਕੇ ਜਾ ਰਹੇ ਨੇ ਔਰ ਧਰਮ ਦਾ ਸਹਾਰਾ ਲੈ ਕੇ ਲੋਕਾਂ ਦੇ ਵਿੱਚ ਵੰਡ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਸਾਲਾਂ ਤੋਂ ਜਦੋਂ ਦੀ ਇਹ ਹਕੂਮਤ ਬੈਠੀ ਹੈ। ਇਹ ਦੇਸ਼ ਦੇ ਵਾਸਤੇ ਬਹੁਤ ਹੀ ਘਾਤਕ ਹੈ। ਸਤੰਬਰ ਦੇ ਮਹੀਨੇ 'ਚ ਮੈਂ ਗੱਲ ਕਰ ਰਹੀ ਹਾਂ, ਅਗਸਤ ਹਾਲੇ ਹੁਣੇ ਹੋ ਕੇ ਹਟਿਆ ਹੈ, ਉਹ ਬਹੁਤ ਹੀ ਮਹੱਤਵਪੂਰਨ ਹੈ ਸਾਡੇ ਵਾਸਤੇ। 9 ਅਗਸਤ ਜਦੋਂ ਭਾਰਤ ਛੋੜੋ ਅੰਦੋਲਨ ਅੰਗਰੇਜ਼ਾਂ ਦੇ ਖਿਲਾਫ ਸ਼ੁਰੂ ਹੋਇਆ, 15 ਅਗਸਤ ਜਦੋਂ ਅਸੀਂ ਆਜ਼ਾਦੀ ਹਾਸਲ ਕੀਤੀ ਤੇ ਹੁਣੇ ਘਰ ਘਰ ਤਿਰੰਗਾ ਦਾ ਨਾਟਕ ਵੀ ਕੀਤਾ ਪ੍ਰਧਾਨ ਮੰਤਰੀ ਨੇ। ਤਿਰੰਗਾ ਤੇ ਦਿਲ 'ਚ ਹੋਣਾ ਚਾਹੀਦਾ ਨਾ ਲੋਕਾਂ ਦੇ। ਘਰ ਘਰ ਤਿਰੰਗਾ ਦਾ ਨਾਟਕ ਇਹਨਾਂ ਨੇ ਕਰਵਾਇਆ ਇਸ ਸਰਕਾਰ ਨੇ, ਜਿਹੜੇ ਕਦੀ ਵੀ ਤਿਰੰਗੇ ਨਾਲ ਖੜੇ ਨਹੀਂ ਸੀ ਹੋਏ, ਜਿਹੜੇ ਦੇਸ਼ ਦੇ ਆਜ਼ਾਦੀ ਦੇ ਅੰਦੋਲਨ 'ਚ ਹਿੱਸਾ ਨਹੀਂ ਲਏ, ਜਿਨ੍ਹਾਂ ਨੇ ਤਿਰੰਗੇ ਦੀ ਬੇਅਦਬੀ ਕੀਤੀ, ਉਹਦੀ ਹੋਲੀ ਤੱਕ ਚਲਾਈ, ਉਹ ਘਰ ਘਰ ਤਿਰੰਗਾ ਦਾ ਡਰਾਮਾ ਕਰਕੇ ਹਟੇ ਹੁੰਦੇ ਇਹਨਾਂ ਦਿਨਾਂ 'ਚ। ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਝੂਠ ਦੇ ਜਿਹੜੇ ਹਮੇਸ਼ਾ ਅੰਬਾਰ ਖੜੇ ਕਰਦੇ ਨੇ, ਝੂਠ ਬੋਲਿਆ ਜਾ ਰਿਹਾ ਹੈ ਕਿ ਅਰਥਤੰਤਰ ਬਹੁਤ ਅੱਛਾ ਹੈ, ਜਦਕਿ ਦੁਨੀਆ ਦੇ ਇਕਨੋਮਿਸਟ ਮੰਨਦੇ ਹੈ ਕਿ ਪੂਰੀ ਦੁਨੀਆ 'ਚ ਮੰਦੀ ਹੈ ਔਰ ਹਿੰਦੁਸਤਾਨ 'ਚ ਵੀ ਉਸ ਮੰਦੀ ਦਾ ਅਸਰ ਹੈ ਔਰ ਬਲਕਿ ਹਿੰਦੁਸਤਾਨ 'ਚ ਮੰਦੀ ਜ਼ਿਆਦਾ ਬੁਰੀ ਹਾਲਤ 'ਚ ਹੈ। ਫਿਰ ਵੀ ਨਾਰੇ ਤੇ ਨਾਰੇ ਚੱਲ ਰਹੇ ਨੇ, ਫਿਰ ਕਹਿ ਰਹੇ ਨੇ ਕਿ ਅਸੀਂ ਤੇ ਬਹੁਤ ਰੋਜ਼ਗਾਰ ਖੜੇ ਕਰ ਦਿੱਤੇ ਨੇ। ਸੱਚਾਈ ਇਹ ਹੈ ਕਿ ਇੰਨਾ ਬੇਰੋਜ਼ਗਾਰੀ ਕਦੀ ਇਸ ਦੇਸ਼ 'ਚ ਨਹੀਂ ਸੀ ਹੋਈ ਜਿੰਨੀ ਹੁਣ ਹੈ। ਔਰ ਜਿਹੜਾ ਇਹਨਾਂ ਨੇ ਅਗਨੀਪਥ ਦੀ ਸਕੀਮ ਲਿਆਂਦੀ, ਉਹ ਅਗਨੀਪਥ ਦੀ ਸਕੀਮ ਆਪਣੇ ਆਪ 'ਚ ਦੱਸਦੀ ਹੈ ਕਿ ਇਹ ਫਿਕਸ ਟਰਮ ਦੇ ਰਾਹੀਂ ਕੁਝ ਜੌਬਸ ਥੋੜੀਆਂ ਜਿਹੀਆਂ ਕ੍ਰੀਏਟ ਕਰਕੇ ਇਹ ਕਹਿਣਾ ਚਾਹੁੰਦੇ ਆ ਅਸੀਂ ਬੜੀ ਰੋਜ਼ਗਾਰ ਕ੍ਰੀਏਟ ਕੀਤੇ। ਉਹ ਨੌਜਵਾਨਾਂ ਨਾਲ ਬੜਾ ਵੱਡਾ ਮਜ਼ਾਕ ਹੈ ਕਿ ਤੁਸੀਂ 17 ਸਾਲ ਦੇ ਬੱਚੇ ਨੂੰ ਕਹੋ ਤੁਹਾਨੂੰ ਫੌਜ 'ਚ ਭਰਤੀ ਕਰ ਲਿਆ, ਪੂਰੀ ਟ੍ਰੇਨਿੰਗ ਵੀ ਨਾ ਦਿਓ, 4 ਸਾਲ ਦੇ ਬਾਅਦ ਉਹ ਰਿਟਾਇਰ ਹੋ ਗਿਆ, ਜਾ ਕੇ ਆਪਣੇ ਲਈ ਕਿਤੇ ਹੋਰ ਨੌਕਰੀ ਲੱਭ। ਇਹ ਸਾਰੀ ਸਿਚੁਏਸ਼ਨ ਬੇਰੋਜ਼ਗਾਰੀ ਦੀ ਹੈ ਔਰ ਮਹਿੰਗਾਈ ਨੂੰ ਕੋਈ ਕੌਣ ਦੱਸੇਗਾ। ਉਹ ਤੇ ਹਰ ਘਰ ਨੂੰ ਪਤਾ ਹੈ ਕਿ ਮਹਿੰਗਾਈ ਕਿੰਨੀ ਜ਼ਿਆਦਾ ਹੋ ਗਈ ਹੈ। ਮਹਿੰਗਾਈ ਦੀ ਮਾਰ ਵੀ ਹੈ, ਬੇਰੋਜ਼ਗਾਰੀ ਦੀ ਮਾਰ ਵੀ ਹੈ ਔਰ ਭਵਿੱਖ ਸੁਰੱਖਿਅਤ ਨਹੀਂ ਹੈ। ਔਰ ਫਿਰ ਲੋਕਾਂ ਦੇ ਵਿੱਚ ਵਿਤਕਰਾ ਪਾਉਣਾ ਔਰ ਦੇਸ਼ ਦੀ ਏਕਤਾ ਨੂੰ ਖਤਰਾ ਪਹੁੰਚਾਉਣਾ, ਇਹ ਮੋਦੀ ਸਰਕਾਰ ਦਾ ਰਵੱਈਆ ਹੈ। ਇਸ ਵਾਸਤੇ ਸਾਡਾ ਪੋਲੀਟੀਕਲ ਰੈਜ਼ੋਲੂਸ਼ਨ ਬੜੀ ਕਲੀਅਰ ਡਾਇਰੈਕਸ਼ਨ ਦਿੰਦਾ ਹੈ ਕਿ 2024 ਨੂੰ ਇੱਕ ਮਿਸ਼ਨ ਦੇ ਤੌਰ ਤੇ ਲੈਣ ਦੀ ਲੋੜ ਹੈ ਔਰ ਦੇਸ਼ ਦੇ ਅੰਦਰ ਜਿੰਨੀਆਂ ਵੀ ਤਾਕਤਾਂ ਨੇ, ਸੈਕੂਲਰ ਨੇ, ਡੈਮੋਕ੍ਰੈਟਿਕ ਨੇ, ਇਕੱਠਿਆਂ ਹੋਣਾ ਪਏਗਾ। ਇਕੱਠੇ ਹੋ ਕੇ ਇਸ ਸਰਕਾਰ ਨੂੰ ਚੁਣੌਤੀ ਦੇਣੀ ਹੋਏਗੀ ਤਾਂ ਕਿ ਇਹਨਾਂ ਨੂੰ 24 ਦੇ ਬਾਅਦ ਕੁਰਸੀ ਤੇ ਨਾ ਦੇਖਿਆ ਜਾਏ। ਆਪੋਜੀਸ਼ਨ ਦਾ ਰੋਲ ਕਰਨਾ ਇਹਨਾਂ ਨੇ, ਕਰਦੇ ਰਹਿਣ, ਲੇਕਿਨ ਦੇਸ਼ ਦਾ ਇਹ ਛੁਟਕਾਰਾ ਹੋਵੇ ਇਹਨਾਂ ਦੀ ਹੁਕੂਮਤ ਤੋਂ। ਇਸ ਮਿਸ਼ਨ ਦੇ ਨਾਲ ਸਾਡੇ ਆਲ ਓਵਰ ਇੰਡੀਆ 'ਚ ਸਟੇਟ ਕਾਨਫਰੰਸਿਸ ਚੱਲ ਰਹੀਆਂ ਨੇ, ਉਹਦਾ ਹਿੱਸਾ ਪੰਜਾਬ ਦੀ ਕਾਨਫਰੰਸ ਹੈ। ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਡੈਲੀਗੇਟ ਸਾਥੀ ਜਿਹੜੇ ਪੂਰੇ ਪੰਜਾਬ ਤੋਂ ਆਏ ਨੇ, ਪੂਰੀ ਸੰਜੀਦਗੀ ਨਾਲ ਇਸ ਕਾਨਫਰੰਸ ਨੂੰ ਸਫਲ ਵੀ ਬਣਾਉਣਗੇ ਔਰ ਆਉਣ ਵਾਲੇ ਦਿਨਾਂ 'ਚ ਲੜਾਈਆਂ ਨੂੰ ਤੇਜ਼ ਕਰਨ ਦੀ ਵੀ ਗੱਲ ਕਰਨਗੇ। ਕਿਉਂਕਿ ਹੁਣੇ ਪੰਜਾਬ ਤੋਂ ਬਹੁਤ ਕਿਸਾਨ ਗਏ ਸੀ ਲਖੀਮਪੁਰ ਖੀਰੀ, ਉੱਥੇ ਨਿਆਂ ਨਹੀਂ ਮਿਲਿਆ ਹਾਲੇ ਉਹਨਾਂ ਸਾਰਿਆਂ ਨੂੰ, ਜਿਨ੍ਹਾਂ ਦੇ ਪਰਿਵਾਰਾਂ ਦੇ ਮਾਰ ਦਿੱਤੇ ਗਏ ਸੀ।
ਆਸ਼ੀਸ਼ ਮਿਸ਼ਰਾ ਦੀ ਗੱਡੀ ਦੇ ਨਾਲ ਤੇ ਕਿਸਾਨਾਂ ਦੇ ਨਾਲ 7 ਮੰਗਾਂ ਜਿਹੜੀਆਂ ਉਹਨਾਂ ਨੇ ਰੱਖੀਆਂ ਸੀ ਜਦੋਂ 3 ਕਰੋੜ ਮੋਦੀ ਨੇ ਵਾਪਸ ਲਏ, ਉਹਨਾਂ ਚੋਂ ਕੋਈ ਵੀ ਪੂਰੀ ਨਹੀਂ ਕੀਤੀ। ਤਾਂ ਕਿਸਾਨ ਪੰਜਾਬ ਦਾ ਜਿਹੜਾ ਹੈ, ਆਮ ਜਨਤਾ ਪੰਜਾਬ ਦੇ ਕਿਸਾਨ ਨਾਲ, ਉਹਦੇ ਅੰਦੋਲਨ ਨਾਲ ਅੱਜ ਵੀ ਖੜੀ ਹੈ। ਆਮ ਜਨਤਾ ਟ੍ਰੇਡ ਯੂਨੀਅਨ ਅੰਦੋਲਨਾਂ ਨੂੰ ਸਮਰਥਨ ਦੇਣ ਦੇ ਰਸਤੇ ਨਿਕਲੀ ਹੋਈ ਹੈ। ਆਮ ਨੌਜਵਾਨ ਔਰ ਵਿਦਿਆਰਥੀ ਸਮਝ ਰਿਹਾ ਹੈ ਕਿ ਕਿਸ ਤਰੀਕੇ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਔਰ ਉਹਦੇ ਨਾਲ ਉਹਨਾਂ ਦੀ ਐਜੂਕੇਸ਼ਨ ਪਾਲਿਸੀ ਦਾ ਜਿਹੜਾ ਇਸ਼ੂ ਉਹਨੂੰ ਲੈ ਕੇ ਤੇ ਪੰਜਾਬ 'ਚ ਵੀ ਮਾਹੌਲ ਹੈ, ਜਿਸ ਮਾਹੌਲ ਨੂੰ ਦੇਖਦੇ ਹੋਏ ਪੰਜਾਬ ਦੀ ਪਾਰਟੀ ਜਿਹੜੀ ਹੈ, ਸਾਡੀ ਕਮਿਊਨਿਸਟ ਪਾਰਟੀ, ਆਉਣ ਵਾਲੇ ਦਿਨਾਂ ਚ ਸੰਘਰਸ਼ ਨੂੰ ਤੇਜ਼ ਕਰੇਗੀ ਔਰ ਇਹੋ ਜਿਹੇ ਸਿੱਟੇ ਇਸ ਸੰਮੇਲਨ ਚ ਨਿਕਲਣਗੇ। वाट है लमेरी सोच है उचेरी रुकनी ना जेड़ी साडी मठी मठी तोर असी जाना अगे होर असी जाना अगे होर। पार्टी के जनरल सैकटरी सूबाई लीडर साहबान ते 24वीं कानफ्रेंस के डेलीगेट साथियों, मैं धन्यवादी हाँ कि मैनू लाल झंडा लहराने का अवसर मिला। जिस लाल झंडे की वफादारी दे मैं 2 महीनों 70 साल पूरे कर लवांगा। तो मैनू कुदरती गल है, इससे माण महसूस होता है कि जिंदगी के 70 बड़े मैं लगातार जेरे दस्तखत अज तो 70 साल पहला भारत पढ़िया सी उसकी वफादारी नाल लंघाए। बहुत कठिन समय में भारत पिछले 30-35 सालों तो आ है साडा विकास का एक मार्ग संविधान के विच और संविधान में असी अलविदा कह के न्यू लिबरलिज्म का राह ठीक पढ़िया पढ़िया उसका की हासिल होया। जिन्होंने राह पढ़िया सी उन्होंने 18 में एक पुस्तक लिखी, 13 इकोनॉमिस्टा ने, चोटी के इकोनॉमिस्टा ने, साढ़े रिजर्व बैंक के चेयरमैन उन्होंने भी शामिल होर चोटी के बंदे शामिल और उन्होंने मनना पाया कि हिंदुस्तान की सेहत बहुत घट गई, तालीम का बुरा हाल हो गया, गरीब अमीर का पाड़ा बढ़ गया। साढ़े हालत का अंदाजा लाने सरकारी संस्था ने कहा कि सन 17 तक बेरोजगारी इतनी बढ़ गई है जिन्हें 45 साल कदे नहीं सी हुई। एक सरकार ने, मेरा तो कोई नहीं, तो मैनू यदा दोष ही दे सकता। जो उन्होंने इकोनॉमिस्टा ने कहा उन्होंने हवाले दिते जो क्यों कह रहे। सो इस मुल्क इस तरह की बुरी हालत अन्नी ना अपने न्यू लिबरलिज्म कारण पिया और हिंदुस्तान ने 1857 में जंग आज़ादी हथियार बंद करी
उस तो बाद लगातार 90 साल अपने अपने ढंग नाल अनेकों लोगों ने आज़ादी के कोल भी हिस्सा रहा, पर एक ऐसी भी संस्था सी जिन्हें 70 साल पहला बरतानिया की गुलामदारी की। किया कि हिंदू सिख मुसलमान पाड़ के रखो ताकि आज़ादी का संग्राम न उठ सके। ते उस तो बाद जर्मन फाशीवाद का सानू लिख के कहा कि किवें राखी करीदी है धर्म की, हिटलर तो सीखो। जब हिटलर ने खुदकुशी कर ली, आप भी, अपनी पत्नी की भी और अपने बहुत प्यारे कुत्ते की भी, उस तो बाद इन्होंने कहा कि अमरीकी साम्राज्य तो उगवाई लाओ। इन्होंने एक बहुत बड़ा लीडर जरा बाद मुल्क का प्रधानमंत्री भी रहा, वो चिट्ठी लेके गया जिस कहा कि साडी ते थोड़ी सभ्यता एक है। किहड़े साल ते साडी सभ्यता एक है कि साडे राष्ट्रपति भवन च किसी एक धर्म के आगुआं नूं बुला के कहा गया कि जे तुसीं मेरा साथ न दिता तो जो कुछ मैं किया खत्म हो जाएगा। लेकिन चिट्टे महल में व्हाइट हाउस बाकायदा पादरी सदे गए और उन्होंने गल कही साढ़े ऐसा क्यों है। और साडा संविधान ये कहता है कि असी जमहूरियत, आज़ादी, सैकुलरिज्म और सोशलिज्म के मार्ग से अगे बढ़ना है, जबकि ये कहते कि असी इसू खत्म करना है। और इन्हों की कोशिश है कि साडा रिपब्लिक निगमा की रिपब्लिक बन के रह जाए। और मैंने खुशी इस गल है कि अज हिंदुस्तान की कम्युनिस्ट पार्टी का तहिया कि केवल कम्युनिस्ट नहीं, कम्युनिस्टां दे नाल जमहूरियत पसंद, कम्युनिस्टां दे नाल देश भगत लोग, कम्युनिस्टां दे नाल वो लोग जिन्होंने आज़ादी की लड़ाई बड़ा हिस्सा पाया, वो इकट्ठे हो तो इस कलयुग नूं, काले युग नूं जो RSS साडे ते चली आ रही है पुठा बुढ़ा दें, तो मैनू आस है। घटनावां मैनू कहदियां कि आस कर कि जिस तरह का बंगाल में एकता बनी, जिस तरह की तमिलनाडु में नमूना बनया, जिस तरह का बिहार में नमूना बनया, और जिस तरह का नमूना 15 दिन हरियाणा में भी उजागर हो जाना है कि जमहूरियत पसंद, आज़ादी पसंद, खब्बे पक्की सारे एक मंच से आके लड़ाई लड़ेंगे। और मुझे यकीन है कि सन 24 इलेक्शन आने तक यह नमूना हिंदुस्तान के बहुत सारे सूबे में फैल जाएगा। Comrades, I will speak in English. Respected comrades of the Presidium, respected my very beloved colleague, Comrade Amarjit Kaur, respected Comrade Bansi Brar, all the leaders on the dais, comrade delegates. At the outset, on behalf of our national leadership, I convey our revolutionary greetings to all of you and wish the conference a big success. Comrades, I am really overwhelmed to stand before you to inaugurate the state conference of our party in Punjab. Punjab party has a special place in the history of our Communist Party of India and the country as a whole. Our party symbolizes the supreme sacrifices
in the interest of the state, country and people. And it is extremely difficult to recollect all the sacrifices made by our Punjab comrades. And Punjab Party is a revolutionary unit of our party, a militant unit of our party, and making supreme sacrifices. And Punjab Party not only politically, ideologically contributing to the All India Party, but organizationally the Punjab Party has been making great contribution to the center, party center, and the work of various class mass organizations. I need not tell the names, you all know. As a youth activist, I came in contact with Comrade Satpal Dan, Vimala Dan, and Comrade Chain Singh Jalandhar, the senior comrade, well-respected comrade. Then Comrade Malhotra was at the center looking after party education and party's ideological work. And the way the Punjab Party produced leaders, for instance, Comrade Brar was my president when I was AIYF secretary. Comrade Brar was All India president. And Comrade Dayal, to get to know him as Dayal, it took a long time for me. Because always I knew him as Tiger. Tiger from Punjab. To get his name, it took lot of time for me, Jogendra Dayal. I always knew him as Tiger. And you take any organization, Comrade Sambar was president of All India Kisan Sabha. Till recently he was relieved, and now Comrade Goria has become General Secretary of BKNM. Comrade Arun Mitra is sitting, he is leading the doctors wing of our party. And youth students, any number of youth students I can say. I see Arshad Bath, he was in international organization, he is sitting there, representing our YF party, all such things. Comrade Tara Singh Sandhu, he is no more, I think so. He was president of AIYF. Then now two Magesaris, two Magesaris, Vicky and Sukhbir, they are the All India president of YF and General Secretary of SF. And I can go on repeating, telling you so many names. That shows Punjab Party is an important unit of our All India Party. It has been helping, contributing to the All India Party in all ways. And it is also a party of revolutionary fight and making sacrifices. And I used to ask about this Narendra, she is sitting, her whole family was killed by terrorists and she herself was armed. But these are all pride of our party. These are all pride of our party. And Punjab Party is such a party. I am really overwhelmed to stand before you to inaugurate the state conference. Comrades, I will not take much of your time. When listening to your discussions and other things, Comrade Amarjit will give you the proper clarifications and other things. I take this time to highlight certain aspects of our political resolution. I am happy that Punjab Party has translated
the draft political resolution into Punjabi. So you must have gone through the resolution. If not, please go through the resolution. If you have any suggestions, if you have any amendments, if you have any comments, you can write to the All India Party Center indicating the page number, para number before 10th October. All these amendments should reach Party Center before 10th October, so that all these amendments can be discussed in Vijayawada. You all know our party congress has been scheduled to be held in Vijayawada from October 14 to 18. All preparations are going on. All state conferences are being held. Many conferences are being held. Now many conferences are taking place. Comrades, what exactly we think about the situation in the country as well as in the world? The world developments, our resolution talks about the world developments. First part itself about world developments. If we analyze the developments in the world, in any part of the world, from Latin America to Southeast Asia, Australia, you will understand the capitalist system is in deep crisis. The capitalist system is in deep crisis, and that crisis is deepening. The neoliberal economic policies, neoliberal policies have led to unprecedented inequality among the nations and within the nation. That shows the crisis in the capitalist system, in the imperialist order. Then what is the alternative? The alternative is only socialism. For the emancipation of the working people, for putting an end to exploitations and enslavements of all kinds, only socialism is the alternative. This realization is growing. Realization is growing. And people are turning to left movement, left ideology. It has led to political changes, change of power in several countries across the world. Now you look at our own country. Mr. Modi is the Prime Minister, and he said, or BJP said, they will strive for Congress Mukt Bharat. Now they are trying to finish up all the parties and establish one nation, one party, one nation, one leader. They are promoting leader cult also. Why I am saying this? You must have read Mr. Modi has been saying communism is a dangerous ideology. Communism is like a jungle fire. Communism is a wildfire. It comes on its way and destroys everything. This is what Modi has said. So Modi knows who is going to be the ultimate challenge, the fighter against BJP, RSS combined. That is the left movement and communist ideology. That's why Modi targets communist ideology. It is a wildfire. It will come on its way and destroy everything. So what is the alternative? That is where
as communists, we must be clear. The developments in the world, any part of the world, clearly indicate people are very much gaining confidence. They think the present social system can be changed and socialism is the alternative. I do not want to discuss many international developments which have been mentioned in the report. But one thing we should take note. For instance, Latin America, Chile, Bolivia, these countries, people are turning to left and they are electing left-wing governments. It is happening. But in Sri Lanka, people came on the streets, occupied the president palace, everything. Finally, they could not succeed to elect or to create conditions for a left government, because the alternative, when we say it is socialism, the communist movement should be strong enough. Communist party must be a party of working class and taking all the sections of the working people into its fold. That is not there in Sri Lanka. That's why the revolt that emerged in Sri Lanka did not end in a revolution and making revolutionary changes. So we must draw lessons from Sri Lanka. In India, we are attacking Modi, we are attacking BJP, RSS combined. How to do it? How to do it? Only left can do, only the communist movement can do. So it brings any number of questions, Now, the Modi government is there for 8 years, and Mr. Amit Shah talks about the coming 4 decades, BJP decades, 40 years BJP will remain in power. They talk about 2047. 1947, they didn't have anything. Now they keep talking about 2047. So BJP realizes the crisis that is deepening in our country. It is all pervasive, multiple crises. Economy is in bad shape and everywhere crisis. As communists, how we assess? Yes, Modi following certain policies which are anti-people, which are anti-working class, anti-farmer, kisans, everything. We all know. But how to fight Modi? You all know, Punjab comrades, 1 year Kisan Andolan was there. 1 year, 700 people died, and finally government retreated and withdrew the 3 anti-farmer farm laws. But government is not serious to assure this minimum support price or crop insurance. Government takes Kisans for granted. In the same way, how many strike actions which took place in the country against the labor codes, but Modi doesn't bother about these mass agitations. I do not bring all those agitations against CAA and other things. This directly involving the working class and peasantry in our country. So how to fight Modi? And unemployment is a huge problem, unemployment. No time we saw such an unemployment. But Modi, he forgets all his promises, creating 2 crore jobs per year. He forgets.
Now he talks about Agnipath. Agnipath. Although all youth will get jobs and other things. It is nothing but deceit. It's a cheating of the people. This is what Modi is doing. And prices, how they are going up. This GST, government should understand. GST is nothing but to create an Indian common market to allow big businessmen, corporate houses to take their commodities anywhere they like and sell them at a price which is decided by them. That's what is happening. On the other hand, it takes away the financial, the economic powers of the state governments. So what we witness today is the Indian government headed by Modi pursuing ruthlessly, aggressively the neoliberal economic policies, helping the corporate houses to loot the people, to loot the country as a whole. Otherwise, how to explain? Adani suddenly has become third richest man. You know that? Adani is the third richest man in the world. And Adani is close friend of Modi. This is happening. But whereas in hunger index, India is ranked lower than the neighboring countries. India is ranked lower than the neighboring countries. So this is the situation in the country. At political level, at other social level, the issues are very complex. The constitution is undermined. Parliament has become minimum parliament and it should not become minus parliament. So that is where it is leading. Fascism always targets parliament. Fascism. Hitler targeted parliament only by burning down Reichstag, then accusing communists and unleashing untold violence against communists, and finally fascism emerged. The same thing it is happening in India. Modi's regime is emerging and almost it has emerged as a fascist regime, and democracy has no place, and democracy is dying in a way. The way they are using judiciary to all central agencies, nothing but taking everything in their hand and treating people as though they are very subjects only.